ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ ਦਾ, ਜਿਸ ਨੇ ਅੱਜ ਇੱਕ ਵਾਰ ਫਿਰ ਆਪਣੇ ਜੀਵਤ ਵਚਨ ਵਿੱਚੋਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਦਿੱਤਾ। ਮੀਟਿੰਗ ਵਿਦ ਗੋਡ ਟੀਮ ਦੀ ਤੁਹਾਡੇ ਲਈ ਇਹ ਪ੍ਰਾਰਥਨਾ ਹੈ ਕਿ ਪਰਮੇਸ਼ਵਰ ਦਾ ਸਹੀ ਪ੍ਰਕਾਸ਼ ਤੁਹਾਡੇ ਤੱਕ ਪਹੁੰਚ ਸਕੇ। ਲਾਈਫ ਵਿਦ ਜੀਸਸ ਕ੍ਰਾਈਸਟ ਚੈਨਲ ਵੱਲੋਂ ਤੁਹਾਡਾ ਸਭ ਦਾ ਸਵਾਗਤ ਹੈ। ਆਓ ਅਸੀਂ ਅੱਜ ਪਰਮੇਸ਼ਵਰ ਦੇ ਜੀਵਤ ਵਚਨ ਦੇ ਵਿੱਚੋਂ ਵੇਖਦੇ ਹਾਂ। ਯਸ਼ਾਇਆ ਨਬੀ ਨੇ ਤੁਹਾਡੇ ਲਈ ਇੱਕ ਮੁੱਖ ਭਵਿੱਖਬਾਣੀ ਕੀਤੀ ਹੈ। ਉਹ ਭਵਿੱਖਬਾਣੀ ਤੁਹਾਡੇ 'ਤੇ ਜ਼ਰੂਰ ਪੂਰੀ ਹੋਵੇਗੀ। ਯਸ਼ਾਇਆ 60:1 ਦੇ ਵਿੱਚ ਲਿਖਿਆ ਹੈ, ਉੱਠ ਚਮਕ, ਤੇਰਾ ਚਾਨਣ ਜੋ ਆ ਗਿਆ ਹੈ ਅਤੇ ਯਹੋਵਾ ਦਾ ਪ੍ਰਤਾਪ ਜੋ ਤੇਰੇ ਉੱਤੇ ਚਮਕਿਆ ਹੈ। ਪਰਮੇਸ਼ਵਰ ਨੇ ਤੁਹਾਨੂੰ ਇਸ ਧਰਤੀ ਦੇ ਉੱਤੇ ਆਪਣੀ ਮਹਾਨ ਯੋਜਨਾ ਨੂੰ ਪੂਰਾ ਕਰਨ ਦੇ ਲਈ ਭੇਜਿਆ ਹੈ। ਤੁਹਾਡੇ ਵਿੱਚ ਪਰਮੇਸ਼ਵਰ ਨੇ ਬੜੇ ਅਦੁੱਤੀ ਅਤੇ ਚੰਗੇ ਗੁਣ ਰੱਖੇ ਹਨ। ਇਹਨਾਂ ਗੁਣਾਂ ਨੂੰ ਸਿਰਫ ਪਰਮੇਸ਼ਵਰ ਦੇ ਵਚਨਾਂ ਦੇ ਵਿੱਚੋਂ ਸਿੱਖ ਕੇ ਪਹਿਚਾਨਣ ਦੀ ਜ਼ਰੂਰਤ ਹੈ। ਜਿਵੇਂ ਯਸ਼ਾਇਆ ਨਬੀ ਨੇ ਤੁਹਾਡੇ ਲਈ ਭਵਿੱਖਬਾਣੀ ਕੀਤੀ ਹੈ, ਆਓ ਅੱਜ ਅਸੀਂ ਉਸ ਉੱਤੇ ਪੂਰਨ ਰੀਤੀ ਦੇ ਨਾਲ ਵਿਚਾਰ ਵਟਾਂਦਰਾ ਕਰੀਏ। ਯਸ਼ਾਇਆ ਨਬੀ ਨੇ ਕਿਉਂ ਸਾਡੇ ਲਈ ਭਵਿੱਖਬਾਣੀ ਕੀਤੀ ਕਿ ਉੱਠੋ ਅਤੇ ਚਮਕੋ? ਕਿਉਂਕਿ ਜਦੋਂ ਅਸੀਂ ਸੰਸਾਰ ਦੇ ਆਸੇ-ਪਾਸੇ ਝਾਤੀ ਮਾਰਦੇ ਹਾਂ ਤਾਂ ਸਾਨੂੰ ਅੰਧਕਾਰ ਵਾਲੀਆਂ ਗੱਲਾਂ ਨਜ਼ਰ ਆਉਂਦੀਆਂ ਹਨ। ਤੁਸੀਂ ਜ਼ਰਾ ਆਸੇ-ਪਾਸੇ ਝਾਤੀ ਮਾਰੋ, ਕਿਵੇਂ ਚੋਰੀ, ਚਲਾਕੀ, ਯਾਰੀ, ਰਿਸ਼ਵਤਖੋਰੀ, ਜ਼ਨਾਕਾਰੀ, ਵਲ-ਛਲ, ਝੂਠ, ਧੋਖਾਧੜੀ ਆਦਿ ਕੰਮ ਹੋ ਰਹੇ ਹਨ। ਅਜ਼ੀਜ਼ੋ, ਇਹ ਸਾਰੇ ਕੰਮ ਸ਼ੈਤਾਨ ਵੱਲੋਂ ਹਨ। ਸ਼ੈਤਾਨ ਇਹਨਾਂ ਕੰਮਾਂ ਨੂੰ ਇਨਸਾਨਾਂ ਨੂੰ ਪ੍ਰੇਰਿਤ ਕਰਦਾ ਹੈ ਕਿ ਉਹ ਅਜਿਹੇ ਕੰਮ ਕਰਨ। ਪ੍ਰਭੂ ਯਿਸੂ ਮਸੀਹ ਦਾ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਣਾ ਸ਼ੈਤਾਨ ਦੇ ਕੰਮਾਂ ਦਾ ਨਾਸ਼ ਕਰਨਾ ਹੀ ਸੀ। ਪਹਿਲਾ ਯਹੋਨਾ 3 ਅਧਿਆਏ ਉਹਦੇ 8 ਵਚਨ ਵਿੱਚ ਲਿਖਿਆ ਹੋਇਆ ਹੈ, ਪਰਮੇਸ਼ਵਰ ਦਾ ਪੁੱਤਰ ਇਸੇ ਲਈ ਪ੍ਰਗਟ ਹੋਇਆ ਭਾਈ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰੇ। ਪ੍ਰਭੂ ਯਿਸੂ ਮਸੀਹ ਇਸ ਸੰਸਾਰ ਦੇ ਵਿੱਚ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰਨ ਆਏ। ਇਸੇ ਲਈ ਪ੍ਰਭੂ ਯਿਸੂ ਮਸੀਹ ਨੂੰ ਜਗਤ ਦਾ ਚਾਨਣ ਆਖਿਆ ਜਾਂਦਾ ਹੈ। ਚਾਨਣ ਹਮੇਸ਼ਾ ਹਨੇਰੇ ਦੇ ਵਿੱਚ ਚਮਕਦਾ ਹੈ। ਆਓ ਅੱਜ ਅਸੀਂ ਪੁਰਾਣੇ ਨਿਯਮ ਦੇ ਵਿੱਚੋਂ ਦਾਨੀਏਲ ਦੀ ਕਿਤਾਬ ਦੇ ਵਿੱਚੋਂ ਕੁਝ ਚਮਕਣ ਦੇ ਬਾਰੇ ਸਿੱਖਾਂਗੇ। ਦਾਨੀਏਲ ਦੇ ਜੀਵਨ ਕਾਲ ਦੇ ਵਿੱਚ ਦਾਨੀਏਲ ਅਤੇ ਉਸ ਦੇ ਸਾਥੀਆਂ ਨੂੰ ਗੁਲਾਮੀ ਦੇ ਵਿੱਚ ਜਾਣਾ ਪਿਆ। ਉਹਨਾਂ ਨੂੰ ਆਪਣਾ ਵਤਨ ਯਰੂਸ਼ਲਮ ਛੱਡਣਾ ਪਿਆ। ਦਾਨੀਏਲ ਉੱਤੇ ਪਰਮੇਸ਼ਵਰ ਦੀ ਕਿਰਪਾ ਸੀ, ਪਰਮੇਸ਼ਵਰ ਦਾ ਫੇਵਰ ਸੀ, ਪਰਮੇਸ਼ਵਰ ਦਾ ਹੱਥ ਸੀ। ਦਾਨੀਏਲ ਨੇ ਦੂਸਰੇ ਰਾਜ ਦੇ ਵਿੱਚ ਜਾ ਕੇ ਆਪਣੇ ਮਨ ਵਿੱਚ, ਆਪਣੇ ਦਿਲ ਦੇ ਵਿੱਚ ਇੱਕ ਬਹੁਤ ਵੱਡਾ ਫੈਸਲਾ ਕੀਤਾ। ਦਾਨੀਏਲ 1:8 ਦੇ ਵਿੱਚ ਲਿਖਿਆ ਹੈ, ਪਰ ਦਾਨੀਏਲ ਨੇ ਆਪਣੇ ਦਿਲ ਵਿੱਚ ਮਨਸ਼ਾ ਬੰਨੀ ਭਾਈ ਆਪਣੇ ਤਾਈਂ ਰਾਜੇ ਦੇ ਸਵਾਦਲੇ ਭੋਜਨਾਂ ਨਾਲ ਅਤੇ ਉਹਦੀ ਸ਼ਰਾਬ ਨਾਲ ਜਿਹੜੀ ਉਹ ਪੀਂਦਾ ਸੀ ਨਾਪਾਕ ਨਾ ਕਰੇ। ਇਸ ਕਰਕੇ ਉਸਨੇ ਖੁਸਰਿਆਂ ਦੇ ਸਰਦਾਰ ਅੱਗੇ ਬੇਨਤੀ ਕੀਤੀ ਕਿ ਉਹ ਅਜਿਹਾ ਕੰਮ ਕਰਨ ਤੋਂ ਮਾਫ ਕੀਤਾ ਜਾਵੇ। ਇਹ ਇਕਰਾਰ ਦਾਨੀਏਲ ਨੇ ਆਪਣੇ ਦਿਲ ਵਿੱਚ ਕੀਤਾ ਔਰ ਪੱਕੀ ਮਨਸ਼ਾ ਬੰਨੀ। ਅਜ਼ੀਜ਼ੋ, ਜੇਕਰ ਆਪਾਂ ਵੀ ਇਸ ਅੰਧਕਾਰਮਈ ਸੰਸਾਰ ਵਿੱਚ ਚਮਕਣਾ ਚਾਹੁੰਦੇ ਹਾਂ ਅਤੇ ਸਾਨੂੰ ਕੁਝ ਫੈਸਲੇ ਮਨ ਤੋਂ ਨਹੀਂ ਦਿਲ ਤੋਂ ਕਰਨ ਦੀ ਜ਼ਰੂਰਤ ਹੈ। ਉਸ ਤੋਂ ਬਾਅਦ ਦਾਨੀਏਲ ਨੇ ਦੂਸਰਾ ਕੰਮ ਇਹ ਕੀਤਾ, ਉਸਨੇ ਉਸ ਜਗ੍ਹਾ ਦੇ ਉੱਤੇ ਉਸ ਸਰਦਾਰ ਨੂੰ ਆਖਿਆ ਕਿ ਤੂੰ 10 ਦਿਨ ਸਾਨੂੰ ਪਰਖ ਕੇ ਵੇਖ, ਅਸੀਂ ਨਾ ਤਾਂ ਸ਼ਰਾਬ ਪੀਵਾਂਗੇ, ਨਾ ਸਵਾਦਲੇ ਭੋਜਨ ਖਾਵਾਂਗੇ, ਸਿਰਫ ਦਾਲ ਫੁਲਕਾ ਖਾਵਾਂਗੇ। ਦਾਨੀਏਲ 1:14-15 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਸੋ ਉਸ ਨੇ ਉਹਨਾਂ ਦੀ ਇਹ ਗੱਲ ਮੰਨੀ ਅਤੇ 10 ਦਿਨ ਤੀਕਰ ਉਹਨਾਂ ਨੂੰ ਪਰਖਿਆ ਅਤੇ 10 ਦਿਨਾਂ ਦੇ ਮਗਰੋਂ ਉਹਨਾਂ ਸਾਰਿਆਂ ਜਵਾਨਾਂ ਦੇ ਨਾਲੋਂ ਜਿਹੜੇ ਰਾਜੇ ਦੇ ਸਵਾਦਲਾ ਭੋਜਨ ਖਾਂਦੇ ਸਨ, ਉਹਨਾਂ ਦੇ ਮੂੰਹ ਵਧੀਕ ਸੁੰਦਰ ਅਤੇ ਸਰੀਰ ਮੋਟੇ ਦਿਸਦੇ ਸਨ। ਇਹ ਪਰਖ ਦਾਨੀਏਲ ਦੇ ਲਈ ਸਹੀ ਸਾਬਤ ਹੋਈ। ਅਜ਼ੀਜ਼ੋ, ਜੇਕਰ ਅਸੀਂ ਚਮਕਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਦਿਲ ਤੋਂ ਮਨਸ਼ਾ ਬੰਨ੍ਹਣ ਦੀ ਜ਼ਰੂਰਤ ਹੈ। ਦੂਸਰਾ, ਜਿਸ ਜਗ੍ਹਾ 'ਤੇ ਅਸੀਂ ਕੰਮਕਾਰ ਕਰਦੇ ਹਾਂ ਉਹਨਾਂ ਨੂੰ ਇੱਕ ਚੈਲੰਜ ਕਰਨ ਦੀ ਜ਼ਰੂਰਤ ਹੈ
ਕਿ ਤੁਸੀਂ ਸਾਨੂੰ ਪਰਖ ਕੇ ਦੇਖ ਸਕਦੇ ਹੋ, ਅਸੀਂ ਜਿਉਂਦੇ ਪਰਮੇਸ਼ਵਰ ਦੀ ਸੰਤਾਨ ਹਾਂ। ਅਜਿਹਾ ਕਰਨਾ ਸਾਡੀ ਸਿਹਤ ਦੇ ਲਈ ਤੇ ਕੰਮ ਦੇ ਲਈ ਅੱਛਾ ਹੁੰਦਾ ਹੈ। ਦਾਨੀਏਲ, ਸਦਰਕ, ਮੀਸਕ ਤੇ ਅਬਦਨਗੋ ਦੇ ਨਾਲ ਕੁਝ ਹੋਰ ਗਿਆਨੀ ਲੋਕ ਵੀ ਸਨ ਜਿਨ੍ਹਾਂ ਦੀ ਰਾਜਾ ਸੇਵਾ ਕਰਦਾ ਸੀ ਔਰ ਆਉਣ ਵਾਲੇ ਸਮੇਂ ਵਿੱਚ ਰਾਜੇ ਨੇ ਉਹਨਾਂ ਨੂੰ ਇਸਤੇਮਾਲ ਕਰਨਾ ਸੀ। ਮਗਰ ਦਾਨੀਏਲ ਦੀ ਦਿਲ ਤੋਂ ਮਨਸ਼ਾ ਕਰਕੇ ਅਤੇ ਇੱਕ ਪਰਖ ਕਰਨ ਦੇ ਕਹਿਣ ਕਰਕੇ ਦਾਨੀਏਲ ਉੱਤੇ ਪਰਮੇਸ਼ਵਰ ਦਾ ਫੇਵਰ ਜ਼ਿਆਦਾ ਹੋ ਗਿਆ। ਦਾਨੀਏਲ 1:20 ਦੇ ਵਿੱਚ ਲਿਖਿਆ ਹੈ, ਬੁੱਧ ਤੇ ਸ਼ਨਿਆਸ ਦੀ ਹਰ ਗੱਲ ਵਿੱਚ ਜਿਹਦੇ ਵਿਖੇ ਰਾਜੇ ਨੇ ਉਹਨਾਂ ਕੋਲੋਂ ਸਵਾਲ ਕੀਤੇ, ਉਸ ਨੇ ਉਹਨਾਂ ਨੂੰ ਜਾਦੂਗਰਾਂ ਅਤੇ ਜੋਤਸ਼ੀਆਂ ਨਾਲੋਂ ਜਿਹੜੇ ਉਹਦੇ ਸਾਰੇ ਦੇਸ਼ ਵਿੱਚ ਸਨ 10 ਗੁਣਾ ਅੱਛਾ ਪਾਇਆ। ਅਜ਼ੀਜ਼ੋ, ਪਰਮੇਸ਼ਵਰ ਦੇ ਵਚਨ ਦਾ ਫੈਸਲਾ ਹੈ, ਜਦੋਂ ਤੁਸੀਂ ਪਰਮੇਸ਼ਵਰ ਦੇ ਲਈ ਕੰਮ ਕਰਦੇ ਹੋ ਤਾਂ ਤੁਸੀਂ ਦੂਸਰਿਆਂ ਦੇ ਨਾਲੋਂ 10 ਗੁਣਾ ਅੱਛੇ ਹੀ ਹੋਵੋਗੇ। ਦਾਨੀਏਲ ਨੇ ਜਦੋਂ ਰਾਜੇ ਦੇ ਦਰਬਾਰ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਦਾਨੀਏਲ ਦੇ ਵਿੱਚ ਕੁਝ ਖਾਸ 4 ਗੱਲਾਂ ਸਨ ਜਿਹੜੀਆਂ ਉਸ ਨੂੰ ਚਮਕਣ ਦੇ ਵਿੱਚ ਸਹਾਇਤਾ ਕਰ ਗਈਆਂ। ਜਿਸ ਵਕਤ ਰਾਜਾ ਨਬੂਕਦਨਜ਼ਰ ਨੂੰ ਸੁਪਨਾ ਆਇਆ ਔਰ ਸੁਪਨੇ ਦਾ ਅਰਥ ਕਰਨ ਵਾਲਾ ਕੋਈ ਨਾ ਮਿਲਿਆ, ਉਸ ਸਮੇਂ ਰਾਜੇ ਨੇ ਫੈਸਲਾ ਕੀਤਾ ਕਿ ਦੇਸ਼ ਵਿੱਚੋਂ ਸਾਰੇ ਗਿਆਨੀਆਂ ਨੂੰ ਮਾਰ ਦਿੱਤਾ ਜਾਵੇ। ਜਦੋਂ ਦਾਨੀਏਲ ਤੇ ਉਸ ਦੇ ਸਾਥੀਆਂ ਨੇ ਰਾਜੇ ਦੀ ਇਸ ਘੋਸ਼ਣਾ ਨੂੰ ਸੁਣਿਆ ਤਾਂ ਦਾਨੀਏਲ ਨੇ ਆਪਣੇ ਸਾਥੀ ਭਾਵ ਸਦਰਕ, ਮੀਸਕ, ਅਬਦਨਗੋ ਨਾਲ ਫੈਸਲਾ ਕੀਤਾ ਕਿ ਉਹ ਜਿਉਂਦੇ ਪਰਮੇਸ਼ਵਰ ਦੇ ਕੋਲ ਮਿਲ ਕੇ ਪ੍ਰਾਰਥਨਾ ਕਰਨਗੇ। ਜਦੋਂ ਦਾਨੀਏਲ ਨੇ ਤਾਂ ਉਸ ਦੇ ਸਾਥੀਆਂ ਨੇ ਮਿਲ ਕੇ ਆਕਾਸ਼ ਦੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ ਤਾਂ ਪਰਮੇਸ਼ਵਰ ਨੇ ਰਾਤ ਦੇ ਇੱਕ ਦਰਸ਼ਨ ਵਿੱਚ ਉਹ ਸੁਪਨਾ ਦਾਨੀਏਲ ਦੇ ਉੱਤੇ ਪ੍ਰਗਟ ਕਰ ਦਿੱਤਾ। ਹੁਣ ਦਾਨੀਏਲ ਯੋਗ ਬਣ ਗਿਆ ਸੀ ਕਿ ਉਹ ਰਾਜੇ ਨੂੰ ਇਸ ਭੇਤ ਬਾਰੇ ਦੱਸੇ। ਅੱਜ ਮਸੀਹੀ ਸੇਵਕਾਂ ਦੇ ਲਈ ਵੀ ਜ਼ਰੂਰਤ ਹੈ ਕਿ ਉਹ ਜਿਸ ਕਿਸੇ ਭੇਤ ਦੀ ਸਮਝ ਨਹੀਂ ਆਉਂਦੀ ਉਹ ਆਪਣੇ ਸਾਥੀ ਸੇਵਕਾਂ ਨਾਲ ਮਿਲ ਕੇ ਪ੍ਰਾਰਥਨਾ ਕਰਨ। ਇਸੇ ਤਰ੍ਹਾਂ ਦਾਨੀਏਲ ਨੇ ਵੀ ਕੀਤਾ। ਦੂਸਰਾ, ਦਾਨੀਏਲ ਨੇ ਇੱਕ ਅਦਭੁਤ ਕੰਮ ਹੋਰ ਕੀਤਾ। ਭੇਤ ਦੀ ਸਮਝ ਆਉਣ ਤੋਂ ਬਾਅਦ ਉਸਨੇ ਉਸ ਜਲਾਦ ਨੂੰ ਜੋ ਰਾਜੇ ਦਾ ਸੀ ਉਸ ਦੇ ਨਾਲ ਗੱਲ ਕੀਤੀ। ਦਾਨੀਏਲ 2:24 ਦੇ ਵਿੱਚ ਲਿਖਿਆ, ਸੋ ਦਾਨੀਏਲ ਨੇ ਅਰਯੋਕ ਕੋਲ ਗਿਆ, ਇਹ ਨੂੰ ਰਾਜੇ ਨੇ ਬਾਬਲ ਦੇ ਗਿਆਨੀਆਂ ਦੇ ਨਾਸ ਕਰਨ ਲਈ ਥਾਪਿਆ ਸੀ ਅਤੇ ਉਹਨੂੰ ਇਉਂ ਬੋਲਿਆ ਕਿ ਬਾਬਲ ਦੇ ਗਿਆਨੀਆਂ ਨੂੰ ਨਾਸ ਨਾ ਕਰੀ, ਮੈਨੂੰ ਰਾਜੇ ਦੇ ਦਰਬਾਰ ਲੈ ਚੱਲ ਅਤੇ ਮੈਂ ਰਾਜੇ ਨੂੰ ਅਰਥ ਦੱਸਾਂਗਾ। ਅਜ਼ੀਜ਼ੋ, ਇੱਥੇ ਇੱਕ ਬੜੀ ਖਾਸ ਗੱਲ ਹੈ। ਭੇਤ ਪ੍ਰਗਟ ਹੋਣ ਤੋਂ ਬਾਅਦ ਦੂਸਰੀ ਗੱਲ ਦਾਨੀਏਲ ਦੇ ਜੀਵਨ ਦੇ ਵਿੱਚ ਇਹ ਸੀ, ਉਸਨੇ ਸਾਰੇ ਗਿਆਨੀਆਂ ਦੇ ਸੁੱਖ ਦੇ ਲਈ ਅਰਦਾਸ ਕੀਤੀ, ਬਚਾਅ ਦੇ ਲਈ ਉਸ ਅਰਯੋਕ ਦੇ ਅੱਗੇ ਬੇਨਤੀ ਕੀਤੀ। ਅੱਜ ਮਸੀਹੀ ਸੇਵਕਾਂ ਦੇ ਵਿੱਚ ਔਰ ਮਸੀਹੀ ਲੋਕਾਂ ਦੇ ਵਿੱਚ ਅਜਿਹੇ ਤਾਲਮੇਲ ਦੀ ਬਹੁਤ ਜ਼ਿਆਦਾ ਘਾਟ ਹੈ। ਇਸ ਘਾਟ ਨੂੰ ਪੂਰਾ ਕਰਨਾ ਹੈ ਜੇਕਰ ਅਸੀਂ ਚਮਕਣਾ ਚਾਹੁੰਦੇ ਹਾਂ। ਤੀਸਰੀ ਗੱਲ ਦਾਨੀਏਲ ਦੇ ਜੀਵਨ ਦੇ ਵਿੱਚ ਇਹ ਸੀ, ਦਾਨੀਏਲ ਇੱਕ ਖਰਾ ਮਨੁੱਖ ਸੀ। ਇਸ ਸੰਸਾਰ ਦਾ ਦਸਤੂਰ ਹੈ, ਜੇਕਰ ਅੰਧਕਾਰ ਦੇ ਵਿੱਚ ਚਮਕਣਾ ਹੈ, ਸੰਸਾਰ ਦੇ ਕੰਮ ਹਨੇਰੇ ਵਾਲੇ ਹਨ, ਤੇ ਜੇਕਰ ਕੋਈ ਖਰਾ ਆਦਮੀ ਹੋਵੇਗਾ ਜ਼ਰੂਰ ਹੈ ਦੂਸਰੇ ਉਹਦਾ ਵਿਰੋਧ ਕਰਦੇ ਹਨ। ਇਸੇ ਤਰ੍ਹਾਂ ਦਾਨੀਏਲ ਨਾਲ ਵੀ ਹੋਇਆ। ਦਾਨੀਏਲ ਦਾ ਨਾਲ ਦੇ ਸਾਥੀਆਂ ਨੇ ਉਸ ਦਾ ਵਿਰੋਧ ਕੀਤਾ, ਪਰ ਦਾਨੀਏਲ ਆਪਣੇ ਵਾਅਦੇ ਦਾ ਖਰਾ ਸੀ। ਦਾਨੀਏਲ 6:4 ਦੇ ਵਿੱਚ ਲਿਖਿਆ ਹੈ, ਤਦ ਉਹਨਾਂ ਮਨਸਬਦਾਰਾਂ ਤੇ ਪ੍ਰਧਾਨਾਂ ਨੇ ਚਾਹਿਆ ਭਾਈ ਕਿਵੇਂ ਨਾ ਕਿਵੇਂ ਰਾਜਕਾਜ ਦੇ ਕਾਰਨ ਦਾਨੀਏਲ ਉੱਤੇ ਕੋਈ ਦੋਸ਼ ਲਾਈਏ, ਪਰ ਉਹਨਾਂ ਨੂੰ ਕੋਈ ਦੋਸ਼ ਜਾਂ ਖੋਟ ਨਾ ਲੱਭਾ, ਕਿਉਂ ਜੋ ਉਹ ਵਫਾਦਾਰ ਸੀ ਅਤੇ ਉਹਦੇ ਵਿੱਚ ਕੋਈ ਔਗਣ ਜਾਂ ਖੋਟ ਨਾ ਲੱਭਾ।
ਅਜ਼ੀਜ਼ੋ, ਇਸ ਤਰ੍ਹਾਂ ਦਾ ਸੁਭਾਅ, ਇਸ ਤਰ੍ਹਾਂ ਦਾ ਕੰਮ ਸਾਰੇ ਮਸੀਹੀ ਲੋਕਾਂ ਦੇ ਜੀਵਨ ਦੇ ਵਿੱਚ ਚਾਹੀਦਾ ਹੈ। ਸੇਵਕਾਂ ਦੇ ਜੀਵਨ ਦੇ ਵਿੱਚ ਵੀ ਅਜਿਹਾ ਕੰਮ ਚਾਹੀਦਾ ਹੈ। ਕੋਈ ਆਵਗਣ ਜਾਂ ਖੋਟ ਦੋਸ਼ ਸਾਡੇ ਜੀਵਨ ਦੇ ਵਿੱਚ ਨਹੀਂ ਚਾਹੀਦਾ। ਇਹਨਾਂ ਗੱਲਾਂ ਨੇ ਵੀ ਦਾਨੀਏਲ ਨੂੰ ਚਮਕਣ ਦੇ ਵਿੱਚ ਮਦਦ ਕੀਤੀ ਔਰ ਇਸ ਕਾਰਨ ਦਾਨੀਏਲ ਨੂੰ ਸ਼ੇਰਾਂ ਦੇ ਘੁਰਨੇ ਵਿੱਚ ਜਾਣਾ ਪਿਆ, ਪਰ ਸ਼ੇਰਾਂ ਦੇ ਮੂੰਹ ਬੰਦ ਹੋ ਗਏ। ਦਾਨੀਏਲ ਜਿਉਂਦਾ ਸ਼ੇਰਾਂ ਦੇ ਘੁਰਨਿਆਂ ਵਿੱਚੋਂ ਵਾਪਸ ਆ ਗਿਆ। ਇਸੇ ਤਰ੍ਹਾਂ ਦਾਨੀਏਲ ਉਸ ਰਾਜ ਦੇ ਵਿੱਚ ਚਮਕਿਆ। ਚੌਥੀ ਗੱਲ ਦਾਨੀਏਲ ਦੇ ਜੀਵਨ ਦੇ ਵਿੱਚ ਇਹ ਸੀ, ਉਹ ਆਪਣੇ ਦੇਸ਼ ਦੇ ਲਈ, ਆਪਣੇ ਵਤਨ ਦੇ ਲਈ ਲਗਾਤਾਰ ਪ੍ਰਾਰਥਨਾ ਕਰਨ ਵਾਲਾ ਸੀ। ਜਿਸ ਵਕਤ 1 ਮਹੀਨੇ ਦੀ ਪ੍ਰਾਰਥਨਾ ਦੀ ਮਨਾਹੀ ਦਾ ਕਾਨੂੰਨ ਪਾਸ ਹੋਇਆ, ਪਰ ਦਾਨੀਏਲ ਆਪਣੇ ਵਤਨ ਦੇ ਲਈ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਦੇ ਰਹੇ। ਦਾਨੀਏਲ 6:10 ਦੇ ਵਿੱਚ ਲਿਖਿਆ ਹੈ, ਤਾਂ ਦਾਨੀਏਲ ਨੂੰ ਮਾਲੂਮ ਹੋਇਆ ਕਿ ਉਸ ਲਿਖਤ ਉੱਤੇ ਸਹੀ ਪੈ ਗਈ, ਤਾਂ ਉਹ ਆਪਣੇ ਘਰ ਵਿੱਚ ਆਇਆ ਅਤੇ ਆਪਣੀ ਕੋਠੜੀ ਦੀ ਬਾਰੀ ਖੋਲ੍ਹ ਕੇ ਜਿਹੜੀ ਯਰੂਸ਼ਲਮ ਵੱਲ ਸੀ, ਦਿਨ ਵਿੱਚ 3 ਵਾਰੀ ਗੋਡੇ ਨਵਾ ਕੇ ਪਰਮੇਸ਼ਵਰ ਦੇ ਸਾਹਮਣੇ ਪ੍ਰਾਰਥਨਾ ਕਰਦਾ ਸੀ ਅਤੇ ਬੇਨਤੀ ਕਰਦਾ ਅਤੇ ਸ਼ੁਕਰ ਮਨਾਉਂਦਾ ਸੀ। ਅੱਜ ਵੀ ਮਸੀਹੀ ਸੇਵਕਾਂ ਨੂੰ ਅਤੇ ਮਸੀਹੀ ਲੋਕਾਂ ਨੂੰ ਆਪਣੇ ਵਤਨ, ਆਪਣੇ ਦੇਸ਼ ਦੇ ਲਈ ਲਗਾਤਾਰ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ। ਜਦ ਕਿ ਸਾਨੂੰ ਨਜ਼ਰ ਆ ਰਿਹਾ, ਦੇਸ਼ ਦੇ ਵਿੱਚ ਸ਼ੈਤਾਨ ਨੇ ਬਹੁਤ ਲੋਕਾਂ ਨੂੰ ਗਮਰਾਹ ਕਰਕੇ ਗਲਤ ਕੰਮਾਂ ਦੇ ਪਿੱਛੇ ਲਗਾਇਆ ਹੋਇਆ ਹੈ। ਇਹ 4 ਗੱਲਾਂ ਇੱਕ ਵਿਸ਼ਵਾਸੀ ਦੀਆਂ ਜੜ੍ਹਾਂ ਵਾਂਗੂ ਪੱਕੀਆਂ ਹੋਣੀਆਂ ਚਾਹੀਦੀਆਂ ਨੇ। ਨੰਬਰ 1, ਸਾਥੀਆਂ ਨਾਲ ਪ੍ਰਾਰਥਨਾ ਕਰਨੀ। ਦੂਸਰਾ, ਕਿਸੇ ਦੇ ਵੀ ਨਾਸ਼ ਨਾ ਹੋਣ ਵਾਸਤੇ ਬੇਨਤੀ ਕਰਨਾ। ਤੀਸਰੀ ਗੱਲ, ਦਾਨੀਏਲ ਦੀ ਤਰ੍ਹਾਂ ਖਰਾ ਚੱਲਣਾ। ਚੌਥੀ ਗੱਲ, ਵਤਨ ਦੇ ਲਈ ਪ੍ਰਾਰਥਨਾ ਕਰਨਾ। ਇਹ ਸਾਡੇ ਜੀਵਨ ਦੇ ਵਿੱਚ ਜੜ੍ਹਾਂ ਵਾਂਗੂ ਗੱਲਾਂ ਬੈਠ ਜਾਣੀਆਂ ਚਾਹੀਦੀਆਂ ਹਨ। ਇਸੇ ਹੀ ਦਾਨੀਏਲ ਨੇ ਦਾਨੀਏਲ 9:25 ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਆਉਣ ਦੀ ਭਵਿੱਖਬਾਣੀ ਵੀ ਕੀਤੀ। ਇਕੱਲਾ ਪ੍ਰਭੂ ਯਿਸੂ ਮਸੀਹ ਦੇ ਆਉਣ ਦੀ ਭਵਿੱਖਬਾਣੀ ਨਹੀਂ ਕੀਤੀ, ਪਰ ਉਸ ਤੋਂ ਬਾਅਦ ਧਰਮੀਆਂ ਦੀ ਪੀੜ੍ਹੀ ਦੇ ਲਈ ਵੀ ਉਸਨੇ ਇੱਕ ਭਵਿੱਖਬਾਣੀ ਕੀਤੀ। ਦਾਨੀਏਲ 12:3 ਵਿੱਚ ਲਿਖਿਆ ਹੈ, ਪਰ ਉਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪ੍ਰਕਾਸ਼ ਵਾਂਗਰ ਚਮਕਣਗੇ, ਅਤੇ ਉਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ, ਤਾਰਿਆਂ ਵਾਂਗਰ ਜੁਗੋ ਜੁਗ ਤੀਕਰ ਚਮਕਣਗੇ। ਅਜ਼ੀਜ਼ੋ, ਦਾਨੀਏਲ ਦੇ ਉੱਤੇ ਕਿਸ ਤਰ੍ਹਾਂ ਦਾ ਆਤਮਾ ਸੀ, ਕਿਸ ਤਰ੍ਹਾਂ ਦੀ ਬੁੱਧ ਨਾਲ ਭਰਿਆ ਸੀ, ਜਿਹੜਾ ਸਾਡੇ ਧਰਮੀ ਲੋਕਾਂ ਦੇ ਚਮਕਣ ਦੇ ਲਈ ਵੀ ਭਵਿੱਖਬਾਣੀ ਕਰ ਗਏ। ਆਓ ਹੁਣ ਥੋੜ੍ਹੇ ਸਮੇਂ ਦੇ ਵਿੱਚ, ਥੋੜ੍ਹੇ ਵਚਨਾਂ ਦੇ ਵਿੱਚ ਅਸੀਂ ਨਵੇਂ ਨੇਮ ਦੇ ਵਿੱਚ ਵੀ ਚਮਕਣ ਦੇ ਬਾਰੇ ਦੇਖਦੇ ਹਾਂ। ਪ੍ਰਭੂ ਯਿਸੂ ਮਸੀਹ ਨੇ ਵੀ ਆਪਣੇ ਚੇਲਿਆਂ ਨੂੰ ਔਰ ਮਸੀਹੀ ਲੋਕਾਂ ਨੂੰ ਜਗਤ ਦੇ ਉੱਤੇ ਚਮਕਣ ਦੇ ਲਈ ਸਿੱਖਿਆ ਦਿੱਤੀ। ਮੱਤੀ 5:14 ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਪਹਾੜੀ ਉਪਦੇਸ਼ ਦਿੰਦੇ ਹੋਏ ਕਿਹਾ, ਤੁਸੀਂ ਜਗਤ ਦੇ ਚਾਨਣ ਹੋ। ਇਸੇ ਤਰ੍ਹਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ, ਤਾਂ ਜੋ ਉਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ ਵਡਿਆਈ ਕਰਨ। ਅਜ਼ੀਜ਼ੋ, ਅਸੀਂ ਨਵੇਂ ਨੇਮ ਦੇ ਲੋਕ ਹਾਂ ਔਰ ਸਾਨੂੰ ਸ਼ੁਭ ਕਰਮ ਲੋਕਾਂ ਨੂੰ ਵਿਖਾਲਣੇ ਬਹੁਤ ਜ਼ਿਆਦਾ ਜ਼ਰੂਰੀ ਹੈ। ਫਿਰ ਪ੍ਰਭੂ ਯਿਸੂ ਮਸੀਹ ਨੇ ਪਹਾੜੀ ਉਪਦੇਸ਼ ਦੇ ਵਿੱਚ ਮੱਤੀ 5:37 ਵਿੱਚ ਵੀ ਇੱਕ ਖਾਸ ਗੱਲ ਕਹੀ ਹੈ, ਪਰ ਤੁਹਾਡੇ ਬੋਲਣ ਵਿੱਚ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ, ਔਰ ਜੋ ਇਹਨਾਂ ਤੋਂ ਵੱਧ ਹੈ ਸੋ ਬਦੀ ਤੋਂ ਹੁੰਦਾ ਹੈ। ਜਿਵੇਂ ਅਸੀਂ ਦਾਨੀਏਲ ਦੇ ਜੀਵਨ ਦੇ ਵਿੱਚ ਵੇਖਿਆ, ਉਹ ਖਰਾ ਸੀ, ਪਰ ਸਾਡੇ ਲਈ ਪ੍ਰਭੂ ਯਿਸੂ ਮਸੀਹ ਨੇ ਉੱਪਰ ਦਿਖਣ ਵਾਲੀਆਂ ਗੱਲਾਂ ਕਹੀਆਂ ਨੇ। ਸਾਡੀ ਹਾਂ ਦੀ ਹਾਂ ਹੋਵੇ, ਨਾ ਦੀ ਨਾ ਹੋਵੇ। ਜੋ ਇਸ ਤੋਂ ਵੱਧ ਅਸੀਂ ਕਰਦੇ ਹਾਂ ਫਿਰ ਬਦੀ ਤੋਂ ਹੋ ਜਾਂਦਾ ਹੈ। ਪ੍ਰਭੂ ਯਿਸੂ ਮਸੀਹ ਨੇ ਮੱਤੀ 7:1 ਵਿੱਚ ਕਿਹਾ, ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਏ। ਅਜ਼ੀਜ਼ੋ, ਜਿਵੇਂ ਦਾਨੀਏਲ ਨੇ ਦੂਸਰੇ ਗਿਆਨੀਆਂ ਦੇ ਲਈ ਬੇਨਤੀ ਕੀਤੀ, ਇਵੇਂ ਅੱਜ ਮਸੀਹੀ ਲੋਕਾਂ ਦੇ ਵਿੱਚ ਇੱਕ ਦੂਜੇ ਉੱਤੇ ਦੋਸ਼ ਲਾਉਣ ਵਾਲਾ ਆਤਮਾ ਨਹੀਂ ਚਾਹੀਦਾ, ਕਿਉਂਕਿ ਦੋਸ਼ ਲਾਉਣਾ ਸ਼ੈਤਾਨ ਦਾ ਕੰਮ ਹੈ। ਚੌਥੀ ਗੱਲ, ਪ੍ਰਭੂ ਯਿਸੂ ਮਸੀਹ ਨੇ ਯਹੋਨਾ 8:12 ਦੇ ਵਿੱਚ ਕਹੀ ਹੈ, ਪਰੰਤੂ ਯੀਸ਼ੂ ਨੇ ਫਿਰ ਉਹਨਾਂ ਨੂੰ ਆਖਿਆ ਕਿ ਜਗਤ ਦਾ ਚਾਨਣ ਮੈਂ ਹਾਂ, ਜਿਹੜਾ ਮੇਰੇ ਪਿੱਛੇ ਤੁਰਦਾ ਹੈ ਉਹ ਹਨੇਰੇ ਵਿੱਚ ਕਦੀ ਨਾ ਚੱਲੇਗਾ, ਸਗੋਂ ਉਹਦੇ ਕੋਲ ਜਿਉਣ ਦਾ ਚਾਨਣ ਹੋਵੇਗਾ।
ਅਜ਼ੀਜ਼ੋ, ਚੌਥੀ ਗੱਲ ਹੈ, ਸਾਨੂੰ ਯਿਸੂ ਮਸੀਹ ਦੇ ਪਿੱਛੇ ਚੱਲਣਾ ਹੈ। ਯਿਸੂ ਮਸੀਹ ਜਗਤ ਦਾ ਚਾਨਣ ਹੈ। ਜਦੋਂ ਅਸੀਂ ਉਹਦੇ ਪਿੱਛੇ ਚੱਲਦੇ ਹਾਂ ਤਾਂ ਸਾਡਾ ਜਿਉਣ ਵੀ ਚਾਨਣ ਹੁੰਦਾ ਹੈ। ਸੋ ਉਹ ਜਿਉਣ ਦਾ ਚਾਨਣ ਦੂਸਰੇ ਲੋਕਾਂ ਦਾ ਹਨੇਰਾ ਦੂਰ ਕਰੇਗਾ। ਸੋ ਪ੍ਰਭੂ ਯਿਸੂ ਮਸੀਹ ਦੀਆਂ ਇਹ 4 ਗੱਲਾਂ ਦਾਨੀਏਲ ਦੀ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਵੀ ਪੱਕੀਆਂ ਹੋ ਜਾਣੀਆਂ ਚਾਹੀਦੀਆਂ ਹਨ। ਨੰਬਰ 1, ਜਿਵੇਂ ਉੱਪਰ ਤੁਹਾਨੂੰ ਦੱਸ ਦਿੱਤਾ, ਸ਼ੁਭ ਕਰਮ, ਸਾਡੇ ਜੀਵਨ ਦੇ ਵਿੱਚ ਚੰਗੇ ਕੰਮ ਹੋਣੇ ਚਾਹੀਦੇ ਨੇ। ਨੰਬਰ 2, ਦੂਸਰਾ, ਸਾਡੀ ਬੋਲਣ ਦੀ ਹਾਂ ਅਤੇ ਨਾ ਦੀ ਨਾ ਹੋਵੇ। ਤੀਸਰਾ ਨੰਬਰ, ਸਾਨੂੰ ਦੂਸਰੇ ਮਸੀਹੀ ਲੋਕਾਂ ਦੇ ਉੱਤੇ ਦੋਸ਼ ਨਹੀਂ ਲਾਉਣਾ ਚਾਹੀਦਾ। ਚੌਥੀ ਗੱਲ, ਸਾਨੂੰ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣ ਦੀ ਜ਼ਰੂਰਤ ਹੈ। ਅਜ਼ੀਜ਼ੋ, ਦਾਨੀਏਲ ਦੀਆਂ 4 ਗੱਲਾਂ ਤਾਂ ਤੁਹਾਨੂੰ ਇਸ ਸੰਸਾਰ ਵਿੱਚ ਚਮਕਣ ਦੇ ਵਿੱਚ ਮਦਦ ਕਰਨਗੀਆਂ, ਪਰ ਜੋ 4 ਗੱਲਾਂ ਪ੍ਰਭੂ ਯਿਸੂ ਮਸੀਹ ਨੇ ਕਹੀਆਂ ਉਹ ਸਾਡੀਆਂ ਆਉਣ ਵਾਲੇ ਯੁੱਗਾਂ ਦੇ ਵਿੱਚ ਵੀ ਚਮਕਣ ਦੇ ਬਾਰੇ ਗੱਲ ਕਰਦੀਆਂ ਨੇ। ਸਾਡਾ ਜੀਵਨ ਇਸ ਸੰਸਾਰ ਦੇ ਵਿੱਚ ਹੀ ਖਤਮ ਹੋਣ ਵਾਲਾ ਨਹੀਂ, ਕਿਉਂਕਿ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਦੇ ਵਿੱਚ ਆਏ ਔਰ ਜਦੋਂ ਸਲੀਬ ਦਿੱਤੇ ਗਏ ਔਰ ਕਬਰ ਵਿੱਚ ਰੱਖੇ ਗਏ, ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਔਰ 40 ਦਿਨ ਇਸ ਜਗਤ ਦੇ ਵਿੱਚ ਰਹਿ ਕੇ ਜਿਉਂਦੇ ਹੀ ਸਵਰਗ ਦੇ ਵਿੱਚ ਗਏ। ਔਰ ਉਹਨਾਂ ਨੇ ਇਹ ਵਾਅਦਾ ਕੀਤਾ ਹੈ ਕਿ ਜੋ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਦੇ ਨੇ ਉਹ ਵੀ ਇਸ ਜਗਤ ਦੇ ਨਹੀਂ, ਉਹ ਵੀ ਜਗਤ ਦੇ ਵਿੱਚੋਂ ਜੀ ਉੱਠਣਗੇ। ਸੋ ਪ੍ਰਭੂ ਯਿਸੂ ਮਸੀਹ ਨੇ ਆਪਣੇ ਲੋਕਾਂ ਨੂੰ, ਮਸੀਹੀ ਲੋਕਾਂ ਨੂੰ ਇਹ ਵਰਦਾਨ ਦਿੱਤਾ ਹੈ ਕਿ ਉਹ ਇਸ ਜਗਤ ਤੋਂ ਬਾਅਦ ਜਦੋਂ ਸਵਰਗ ਰਾਜ ਵਿੱਚ ਜਾਣਗੇ ਉਹ ਵੀ ਪਿਤਾ ਦੇ ਰਾਜ ਵਿੱਚ ਯੁੱਗਾਂ ਨਾਲ ਯੁੱਗ ਚਮਕਣਗੇ। ਮੱਤੀ 13 ਅਧਿਆਏ ਸਾਨੂੰ ਚੰਗੀ ਤਰ੍ਹਾਂ ਪੜ੍ਹਨ ਦੀ ਜ਼ਰੂਰਤ ਹੈ। ਇਹ ਸਵਰਗ ਰਾਜ ਦੇ ਲਈ ਅਧਿਆਏ ਹੈ। ਇਸ ਅਧਿਆਏ ਦੇ ਵਿੱਚੋਂ ਮੱਤੀ 13:43 ਇੱਕ ਵਚਨ ਅਸੀਂ ਪੜ੍ਹਦੇ ਹਾਂ, ਤਦ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗ ਚਮਕਣਗੇ, ਜੇ ਦੇ ਕੰਨ ਹਨ ਸੋ ਸੁਣੇ। ਅਜ਼ੀਜ਼ੋ, ਜਿਵੇਂ ਇਸ ਮੈਸੇਜ ਦੇ ਵਿੱਚ ਤੁਹਾਨੂੰ ਪਹਿਲਾਂ ਦੱਸਿਆ ਕਿ ਪਰਮੇਸ਼ਵਰ ਦੀ ਮਸੀਹੀ ਲੋਕਾਂ ਦੇ ਲਈ, ਮਸੀਹੀ ਸੇਵਕਾਂ ਦੇ ਲਈ ਇੱਕ ਮਹਾਨ ਯੋਜਨਾ ਹੈ। ਪ੍ਰਭੂ ਯਿਸੂ ਮਸੀਹ ਨੇ ਤੁਹਾਨੂੰ ਇਸ ਜਗਤ ਦੇ ਵਿੱਚੋਂ ਇਸ ਲਈ ਨਹੀਂ ਚੁਣਿਆ ਕਿ ਇਸ ਜਗ੍ਹਾ ਦੇ ਉੱਤੇ ਤੁਹਾਨੂੰ ਬਰਕਤਾਂ ਜਾਂ ਚੰਗਿਆਈ ਹੀ ਮਿਲੇ, ਮਗਰ ਯਿਸੂ ਮਸੀਹ ਨੇ ਤੁਹਾਡੀ ਚੋਣ ਯੁੱਗ ਆਉਣ ਵਾਲੇ ਸਮਿਆਂ ਦੇ ਲਈ ਕੀਤੀ ਹੈ। ਸੋ ਆਉਣ ਵਾਲੇ ਸਮਿਆਂ ਦੇ ਵਿੱਚ ਪਰਮੇਸ਼ਵਰ ਦੀ ਯੋਜਨਾ ਇਹ ਆ, ਤੁਸੀਂ ਇਸ ਸੰਸਾਰ ਦੇ ਵਿੱਚ ਵੀ ਸੂਰਜ ਵਾਂਗ ਚਮਕੋ ਅਤੇ ਆਉਣ ਵਾਲੇ ਸੰਸਾਰ ਦੇ ਵਿੱਚ ਜਦੋਂ ਤੁਸੀਂ ਯਿਸੂ ਮਸੀਹ ਦੇ ਨਾਲ ਰਾਜ ਕਰੋਗੇ ਉਦੋਂ ਵੀ ਤੁਸੀਂ ਚਮਕਦੇ ਰਹੋ। ਪ੍ਰਭੂ ਯਿਸੂ ਮਸੀਹ ਇਹਨਾਂ ਵਚਨਾਂ ਦੇ ਦੁਆਰਾ ਤੁਹਾਨੂੰ ਚਮਕਣ ਦੀ ਤਾਕਤ ਦੇਵੇ, ਤੁਹਾਡੇ ਪਰਿਵਾਰ ਨੂੰ ਚਮਕਣ ਦੀ ਤਾਕਤ ਦੇਵੇ ਔਰ ਤੁਸੀਂ ਮਸੀਹੀ ਕੰਮਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਵੱਧਦੇ ਜਾਓ। ਮੇਰੇ ਵੱਲੋਂ, ਮੇਰੇ ਪਰਿਵਾਰ ਵੱਲੋਂ, ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਜੈ ਮਸੀਹ ਦੀ।